ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅੱਜ ਨਿਊਜ਼ ਏਸ਼ੀਆ ਪੰਜਾਬੀ ਚੈਨਲ ਦੇ ਕੈਮਰੇ ਦੇ ਉੱਤੇ ਆਚਾਰਿਆ ਮਨੀਸ਼ ਬਹੁਤ ਵੱਡਾ ਨਾਮ ਹੈ। ਤੁਸੀਂ ਇਹਨਾਂ ਨੂੰ ਟੀਵੀ ਦੇ ਉੱਤੇ ਦੇਖਦੇ ਹੋ, ਤੁਸੀਂ ਇਹਨਾਂ ਨੂੰ ਬਹੁਤ ਵਾਰੀ ਇਹਨਾਂ ਦੇ ਵਿਚਾਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀ ਸੁਣੇ ਹੋ। ਤੇ ਜਿਹੜਾ ਇੱਕ ਵਾਰੀ ਆਚਾਰਿਆ ਮਨੀਸ਼ ਦੀ ਵੀਡੀਓ ਦੇਖਣ ਬਹਿ ਜਾਂਦਾ, ਮੇਰਾ ਦਾਵਾ ਹੈ ਕਿ ਉਹ ਐਂਡ ਤੱਕ ਦੇਖਦਾ ਜ਼ਰੂਰ ਹੈ, ਕਿਉਂਕਿ ਇਹਨਾਂ ਦੇ ਬੋਲਣ ਦਾ ਅੰਦਾਜ਼, ਇਹਨਾਂ ਨੂੰ ਨੌਲੇਜ ਇਸ ਹਿਸਾਬ ਦੀ ਹੈ ਕਿ ਬੰਦਾ ਕਹਿੰਦਾ ਵੀ पूरी वीडियो देखने तो बाद फिर आचार्य मनीष को लभदा भी मैं आचार्य मनीष को जाके कदों मिला तो उन्होंने कदों इन्होंने नाल गलबात करके अपनी प्रॉब्लम सॉल्व करावां। हिम्स सेंटर भी इन्हों का हैगा, पटियाला दे विच भी हैगा, जिथे असीं हुणे इस वेले बैठ के ये वीडियो बना रहे हैं। डेराबस्सी दे विच एक हॉस्पिटल भी हैगा। बहुत सारा अगे जानकारियां तुहाडे नाल सांझियां करते चले जाएंगे। पहला स्वागत करते हैं आचार्य जी, तुहाडा न्यूज़ एशिया पंजाबी दे बहुत बहुत स्वागत। मैं भी तुहाडा भी ते न्यूज़ एशिया पंजाबी दे दर्शकों का भी स्वागत करांगा। ਤੁਸੀਂ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਜੋ ਤੁਸੀਂ ਹੈਲਥ ਦੀ ਵੀਡੀਓਜ਼ ਪਾ ਕੇ ਦੁਨੀਆ ਦਾ ਭਲਾ ਕੀਤਾ ਹੈ, ਉਹ ਤੁਹਾਨੂੰ ਸਲਾਮ ਹੈ, ਕਿਉਂਕਿ ਤੁਸੀਂ ਬਹੁਤ ਵਧੀਆ ਇਹ ਉਪਰਾਲਾ ਕੀਤਾ ਕਿ ਲੋਕਾਂ ਨੂੰ ਸਹੀ ਜਾਣਕਾਰੀ ਪਹੁੰਚਾਈ, ਘੱਟ ਖਰਚੇ ਤੇ ਉਹਨਾਂ ਨੂੰ ਐਵੇਂ ਦੇ ਡਾਕਟਰਾਂ ਨਾਲ ਐਵੇਂ ਦੇ ਇਲਾਜਾਂ ਨਾਲ ਮਿਲਵਾਇਆ ਕਿ ਲੋਕ ਠੀਕ ਹੋ ਜਾਣ। ਬਹੁਤ ਧੰਨਵਾਦ। ਤੁਸੀਂ ਇਹ ਤਾਂ ਤੁਸੀਂ ਸਾਨੂੰ ਉਤਸ਼ਾਹਿਤ ਕੀਤਾ ਤੇ ਇੱਦਾਂ ਦੇ ਉਤਸ਼ਾਹ ਜਿਹੜੇ ਨੇ ਉਹ ਅੱਗੇ ਵਧੀਆ ਕੰਮ ਕਰਨ ਨੂੰ ਜਿਹੜੇ ਪ੍ਰੇਰਿਤ ਕਰਦੇ ਰਹਿੰਦੇ ਨੇ। ਆਚਾਰਿਆ ਜੀ, ਆਪਾਂ ਹੁਣ ਆਈਏ ਲੰਘੇ ਦਿਨ ਹੀ ਨਾ ਮੈਂ ਬਹੁਤ ਹੈਰਾਨ ਹੋਇਆ। ਮੈਂ ਬੜੇ ਲੰਮੇ ਸਮੇਂ ਤੋਂ ਹੈਲਥ ਫੀਲਡ ਦੇ ਵਿੱਚ ਕੰਮ ਕਰ ਰਿਹਾ ਅਤੇ ਅਲੱਗ-ਅਲੱਗ ਡਾਕਟਰਸ ਦੇ ਨਾਲ, ਦਿੱਗਜ ਡਾਕਟਰਸ ਦੇ ਨਾਲ ਇੰਟਰਵਿਊਜ਼ ਕੀਤੀਆਂ ਨੇ, ਪਰ ਜਦੋਂ ਮੇਰੇ ਸਾਹਮਣੇ ਇੱਕ ਚੀਜ਼ ਆਈ ਕਿ 40 ਡਿਗਰੀ ਟੈਂਪਰੇਚਰ ਦੇ ਪਾਣੀ ਦੇ ਵਿੱਚ ਬਿਠਾ ਕੇ ਬੰਦੇ ਨੂੰ ਉਹ 1 ਘੰਟਾ ਜਾਂ 40 ਮਿੰਟ ਬਿਠਾ ਕੇ ਉਹਦਾ ਡਾਇਲਿਸਿਸ ਦੇ ਉੱਤੇ ਜਿਹੜੀ ਕਿਡਨੀ ਗਈ ਹੋਏਗੀ ਉਸ ਨੂੰ ਵੀ ਰਿਵਰਸ ਕੀਤਾ ਜਾ ਸਕਦਾ, ਉਹ ਵੀ ਬਿਲਕੁਲ ਬੰਦਾ ਡਾਇਲਿਸਿਸ ਬੰਦ ਹੋ ਸਕਦੇ ਨੇ। ਮੇਰੀ ਬੁੱਧੀ ਜਿਹੜੀ ਆ ਉਹ ਜਵਾਬ ਦੇਗੀ ਵੀ ਇਹ ਕਿੱਦਾਂ। ਲੇਕਿਨ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ ਜਦੋਂ ਮੈਂ ਪੂਰੀ ਵੀਡੀਓ ਬਣਾਈ, ਡਾਕਟਰ ਵਿਸ਼ਵਰੂਪ ਰਾਏ ਚੌਧਰੀ ਦੇ ਜਿਹੜੇ ਵੀਡੀਓ ਕੁਛ ਸੁਣੀਆਂ, ਅਤੇ ਫਿਰ ਮੈਨੇ ਦਿਮਾਗ ਨੇ ਕਿਹਾ ਵੀ ਕਿਆ ਬਾਤ ਹੈ। ਮੈਂ ਸਲਾਮ ਉਸ ਚੀਜ਼ ਨੂੰ ਵੀ ਕਰਦਾ ਹੈਗਾ, ਪਰ ਨਾਲ ਨਾਲ ਸਵਾਲ ਦਿਮਾਗ 'ਚ ਇਹ ਵੀ ਆਇਆ ਕਿ ਤੁਸੀਂ ਕਿਡਨੀ ਨੂੰ ਤਾਂ ਰਿਵਾਈਵ ਕਰਨ ਜਾ ਰਹੇ ਹੋ, ਪਰ ਬਹੁਤ ਸਾਰਾ ਕਿਡਨੀ ਦੇ ਬਰਾਬਰ ਦੇ ਹੀ ਪੇਸ਼ੈਂਟ ਜਿਹੜੇ ਨੇ ਉਹ ਲੀਵਰ ਦੇ ਵੀ ਨੇ, ਕਿਉਂਕਿ ਅੱਜ ਕੱਲ੍ਹ ਦਾ ਜਿਸ ਤਰ੍ਹਾਂ ਦਾ ਖਾਣ ਪੀਣ ਬਣ ਚੁੱਕਿਆ, ਸਾਰਾ ਦਾ ਸਾਰਾ ਖਾਣਾ ਪੀਣਾ ਜਿਹੜਾ ਉਹ ਲੀਵਰ ਨੇ ਹੀ ਹਜ਼ਮ ਕਰਨਾ। ਅਤੇ ਲੀਵਰ ਹੀ ਇੱਕ ਐਸਾ ਹੈਗਾ ਜਿਹੜਾ ਕਿ ਵਿਚਾਰਾ ਸਭ ਤੋਂ ਜ਼ਿਆਦਾ ਬੋਝ ਸਹਿ ਰਿਹਾ, ਜਿਹੜੇ ਉਹਦੇ ਆਪਣੇ ਬੋਡੀ ਦਾ। ਲੀਵਰ ਦੇ ਵਿੱਚ ਜਿਹੜੀਆਂ ਖਰਾਬੀਆਂ ਆਉਣਗੀਆਂ, ਕੀ ਇਹ 40 ਡਿਗਰੀ ਟੈਂਪਰੇਚਰ ਵਾਲਾ ਜਿਹੜਾ ਫਾਰਮੂਲਾ ਹੈ ਕੀ ਉੱਥੇ ਵੀ ਕੰਮ ਕਰੂਗਾ? ਨਹੀਂ, ਪਹਿਲਾਂ ਤਾਂ ਆਪਾਂ ਨੂੰ 40 ਡਿਗਰੀ ਟੈਂਪਰੇਚਰ ਦਾ ਫਾਰਮੂਲਾ ਉੱਥੇ ਵੀ ਕੰਮ ਕਰੂਗਾ, ਕਿਉਂਕਿ ਉਹ ਪੋਸਚਰਲ ਮੈਡੀਸਨ ਹੈ, ਪੋਸਚਰਲ ਸਿਸਟਮ ਹੈ। ਬਟ ਪਹਿਲਾਂ ਨਾ ਆਪਾਂ ਨੂੰ ਸਮਝਣਾ ਪਏਗਾ ਲੀਵਰ ਹੁੰਦਾ ਕੀ ਹੈ, ਲੀਵਰ ਕਰਦਾ ਕੀ ਹੈ, ਅਤੇ ਲੀਵਰ ਖਰਾਬ ਕਿਉਂ ਹੁੰਦਾ ਹੈ। ਜਦੋਂ ਆਪਾਂ ਨੂੰ ਇਹ ਸਮਝ ਆ ਜਾਏਗਾ ਤਾਂ ਆਪਾਂ ਨੂੰ ਠੀਕ ਕਰਨਾ ਵੀ ਆਸਾਨ ਹੋ ਜਾਏਗਾ। ਦੇਖੋ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਰਦਾ ਕਲੀਅਰਲੀ। ਆਪਾਂ ਜੋ ਕੁਝ ਵੀ ਖਾਂਦੇ ਹਾਂ, ਜੋ ਕੁਝ ਵੀ ਪੀਂਦੇ ਹਾਂ, ਰੋਟੀ ਸਬਜ਼ੀ ਦਾਲ ਦੁੱਧ ਦਹੀਂ ਫਰੂਟ ਸਲਾਦ ਨਾਰੀਅਲ ਪਾਣੀ ਡਰਾਈ ਫਰੂਟ, ਜੋ ਕੁਝ ਵੀ ਖਾਓਗੇ ਪੀਓਗੇ, ਉਹਨੂੰ ਹਜਮ ਕਰਨ ਵਾਸਤੇ ਜਿਹੜੇ ਜੂਸਿਸ ਨੇ, ਜਿਹੜੇ ਰਸ ਨੇ, ਉਹ ਲੀਵਰ ਪ੍ਰਦਾਨ ਕਰਦਾ ਹੈ। ਲੀਵਰ ਸਰੀਰ ਦੇ ਅੰਦਰ ਸਭ ਤੋਂ ਵੱਡਾ ਅੰਗ ਹੈ ਅਤੇ ਸਭ ਤੋਂ ਜ਼ਿਆਦਾ ਕੰਮ ਕਰਦਾ ਹੈ। ਮਤਲਬ ਸਾਰੇ ਸਰੀਰ ਦਾ ਜਿਹੜਾ ਮੁਖੀਆ ਹੈ ਉਹ ਲੀਵਰ ਹੈ, ਅਤੇ ਸਭ ਤੋਂ ਜ਼ਿਆਦਾ ਦੁਖੀ ਵੀ ਆਪਾਂ ਲੀਵਰ ਨੂੰ ਹੀ ਕਰਦੇ ਹਾਂ। ਮਤਲਬ 2.5 ਕਿਲੋ ਦਾ ਮੁੱਕਾ ਜਿਹੜਾ ਸਨੀ ਦਿਓਲ ਦਾ ਤਾਂ ਪਤਾ ਨਹੀਂ ਹੈ ਤਾਂ ਨਹੀਂ ਹੈ, ਲੇਕਿਨ ਲੀਵਰ ਜ਼ਰੂਰ 2.5 ਕਿਲੋ ਦਾ ਹੁੰਦਾ। ਬਿਲਕੁਲ ਬਿਲकुल। ਲੀਵਰ ਜਿਹਨੂੰ ਕਹਿੰਦਾ ਨਾ ਤੇਰੇ ਜਿਗਰ ਮੇਂ ਤਾਕਤ ਹੈ ਤੋ ਤੂਨੇ ਅਗਰ ਉਹ ਕਹਿੰਦਾ ਨਾ ਤੇਰੇ दिल की शक्ति और जिगरा है था, धर्मेंद्र ही फिक्सर डायलॉग। तो लीवर शरीर का सबसे इम्पॉर्टेंट अंग है और सबसे लीवर ही दुखी होता है। तो मैं आपके माध्यम से, चैनल के माध्यम से दुनिया को बताना चाहूँगा, चाहे किडनी फेल है, चाहे शुगर है, चाहे बीपी है, चाहे जोड़ों का दर्द है, चाहे ऑटोइम्यून डिसऑर्डर है, चाहे कैंसर है, सबसे पहले लीवर खराब होता है। सारा पहले लीवर खराब होता है। ये तो बड़े हैरानी आती है, लेकिन लोग लीवर नूं लापरवाही च लैंदे है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है। हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां पर एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है। ये सारी पैथियां, जिसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादरवली और इन सब की पूरी नॉलेज, ट्रेनिंग और एजुकेशन को भी यूज किया जा रहा है। फिर चाहे आपकी बीमारी छोटी हो या बड़ी, चाहे लीवर फेल हो, किडनी खराब हो, हार्ट की प्रॉब्लम हो, जोड़ों का दर्द,
ऑटो इम्यून डिजीज हो या फिर स्टेज 4 कैंसर ही क्यों ना हो, या कोई ऐसी बीमारी जिसको आपके डॉक्टर ने लाइलाज बता दिया हो, या फिर उस बीमारी का हल ऑपरेशन बताया हो, तो इन सभी समस्याओं का सही समय पर अगर समाधान किया जाए तो आपकी बीमारी का जड़ से समाधान हो सकता है। अगर आप भी हैं किसी बीमारी से परेशान तो आप इस हिम्स हॉस्पिटल के अंदर आकर के अपनी बीमारी का जड़ से समाधान कर सकते हैं। 70 बेड के इस हॉस्पिटल के अंदर खाने पीने से लेके रहने तक का भी सारा इंतजाम किया गया है। अभी भारत के अंदर पटियाला, जीरकपुर, चंडीगढ़, डेराबस्सी और दिल्ली के अंदर 14 क्लिनिक शुरू हो चुके हैं, जहां पर सिर्फ खान पान और आपकी लाइफस्टाइल को चेंज करके आपकी बीमारियों को रिवर्स करना सिखाया जाता है और आपको अपना डॉक्टर खुद बनाया जाता है, ताकि आप या आपके परिवार के अंदर किसी को कोई भी बीमारी आ गई है तो उसे कैसे निजात पा सकते हैं और भविष्य में और कोई बड़ी बीमारी या छोटी बीमारी ना आए, उससे भी कैसे बचा जा सकता है, उसके बारे में भी आपको सिखाया जाता है। अगर आप या आपका कोई किसी भी गंभीर बीमारी से परेशान है तो स्क्रीन पर दिए गए नंबर पर संपर्क करें। ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ, 70% ਲੀਵਰ ਜਦੋਂ ਤੱਕ ਖਰਾਬ ਨਹੀਂ ਹੁੰਦਾ LFTH ਵੀ ਨਹੀਂ ਆਂਦਾ। ਫਿਰ ਤਾਂ ਇਹ ਤਾਂ ਬੜੇ ਡਰਾਉਣ ਵਾਲੀ ਗੱਲ ਹੈ। ਇਹ ਕਿਵੇਂ ਪਤਾ ਲੱਗੂ ਫਿਰ ਬੰਦਾ ਤਾਂ ਇਹ ਤਾਂ ਕੰਮ ਖਰਾਬ ਹੈ। ਫਿਰ ਮੈਂ ਦੱਸ ਦੇਣਾ ਤੁਹਾਡੇ ਦਰਸ਼ਕਾਂ ਨੂੰ, ਕਿਸੇ ਨੂੰ ਵੀ ਗੈਸ ਬੰਦੀ ਹੈ, ਕਿਸੇ ਨੂੰ ਵੀ ਤੇਜ਼ਾਬ ਬੰਦਾ ਹੈ, ਕਿਸੇ ਨੂੰ ਵੀ ਕਬਜੀ ਰਹਿੰਦੀ ਹੈ ਤੇ ਸਮਝੋ ਲੀਵਰ ਖਰਾਬ ਹੈ। ਇਹ ਕਿਦਾਂ? ਥੋੜਾ ਜਿਹਾ ਇਹ ਵੀ ਮਤ ਮਾਰਨ ਵਾਲੀ ਗੱਲ ਹੈ। ਦੇਖੋ ਗੈਸ, ਲੋਕ ਕਹਿੰਦੇ ਮੈਨੂੰ ਗੈਸ ਬੰਦੀ ਹੈ, ਕੁਝ ਵੀ ਖਾਣਾ ਮੈਨੂੰ ਡਕਾਰ ਆਉਂਦੇ ਹੈ, ਮੈਨੂੰ ਗੈਸ ਬੰਦੀ ਹੈ, ਮੈਨੂੰ ਐਸਿਡ ਬੰਦਾ ਹੈ, ਮੈਨੂੰ ਛਾਤੀ 'ਚ ਜਲਨ ਹੁੰਦੀ ਹੈ, ਮੈਨੂੰ ਤੇਜ਼ਾਬ ਜਾਂ ਬਾਹਰ ਆਉਣ ਨੂੰ ਹੁੰਦਾ ਹੈ। ਇਹ ਸਭ ਲੀਵਰ ਖਰਾਬ ਦੇ ਲੱਛਣ ਹੈ, ਲੇਕਿਨ ਰਿਪੋਰਟਾਂ ਨਾਰਮਲ ਆਉਂਦੀਆਂ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਮੈਂ ਤੁਹਾਡੇ ਚੈਨਲ ਮਾਧਿਅਮ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੂੰਗਾ। ਤੁਸੀਂ ਕਿਸੇ ਵੀ ਪੇਸ਼ੈਂਟ ਦੀ ਜਿਬ ਕਹੋ ਕਿ ਜਿਬ ਕੱਢ ਆਪਣੀ, ਅਗਰ ਜਿਬ ਮੋਟੀ ਹੈ ਤਾਂ ਲੀਵਰ ਫੈਟੀ ਹੈ। ਅਗਰ ਜਿਬ ਮੋਟੀ ਹੈ ਤਾਂ ਲੀਵਰ ਫੈਟੀ ਹੈ। ਅਗਰ ਜਿਬ ਤੇ 2 ਨੀਲੀਆਂ ਲਾਈਨਾਂ ਬਣੀਆਂ ਹੋਈਆਂ ਤੇ ਲੀਵਰ ਦੇ 'ਚ ਪੱਥਰੀ ਹੈ ਤੇ ਗੋਲ ਬਲੈਡਰ 'ਚ ਪੱਥਰੀ ਹੈ। ਅਗਰ ਜਿਬ ਵਿੱਚੋਂ ਫਟੀ ਹੋਈ ਹੈ ਤੇ ਲੀਵਰ 50% ਕਮਜ਼ੋਰ ਹੈ, ਕੰਮ ਘੱਟ ਕਰ ਰਿਹਾ ਹੈ। ਜੀਭ ਦੇ ਨੀਚੇ ਨੀਲੀਆਂ ਹੀ ਲੈਣਾ ਹੇਠਲੇ ਪਾਸੇ, ਤੇ ਉਹ ਵੀ ਗੋਲ ਬਲੈਡਰ ਦੇ ਸਟੋਨ ਜਾਂ ਲੀਵਰ ਸਟੋਨ ਦਾ ਕਾਰਨ ਹੈ। ਨੀਲੀ ਲਾਈਨ ਮਤਲਬ ਕਿ ਮੇਰਾ ਪਿੱਤ ਗੰਦਾ ਹੋ ਗਿਆ, ਮੇਰਾ ਲੀਵਰ ਦਾ ਜੂਸ ਜਿਹਨੂੰ ਆਪਾਂ ਬਾਈਲ ਕਹਿੰਦੇ ਆ, ਉਹ ਇਨਫੈਕਟਡ ਹੈ। ਜੇ ਲੀਵਰ ਜੀਭ ਦੇ ਉੱਤੇ ਚਿੱਟਾ ਜੰਮਿਆ ਹੋਇਆ, ਮੈਲ ਜੰਮੀ ਹੋਈ, ਤਾਂ ਇਹਦਾ ਮਤਲਬ ਮੇਰਾ ਲੀਵਰ 50% ਖਰਾਬ ਹੋ ਚੁੱਕਾ ਹੈ ਤੇ ਮੈਨੂੰ ਕਬਜੀ ਵੀ ਸ਼ੁਰੂ ਹੋ ਗਈ ਨਾਲ। ਮਤਲਬ ਜੇ ਜੀਭ ਦੇ ਉੱਤੇ ਪੀਲਾਪਨ ਹੈ, ਅਗਰ ਪੀਲਾਪਨ ਹੈ ਤੇ ਇਹਦਾ ਮਤਲਬ ਮੇਰੇ ਜਿਹੜਾ ਲੀਵਰ ਦਾ ਜੂਸ ਹੈ ਤੇ ਮੇਰਾ ਖੂਨ ਹੈ, ਗੰਦਾ ਖੂਨ, ਉਹ ਮਿਕਸ ਹੋ ਰਿਹਾ ਆਪਸ ਵਿੱਚ, ਤੇ ਉਹਦੇ ਕਰਕੇ ਮੈਨੂੰ ਇਨਫੈਕਸ਼ਨ, बीमारी होने का चांस बढ़ रहा है। मतलब कोई भी अगर संक्रमण आएगा, इवन कि मच्छर कटेगा तो डेंगू हो जाऊगा, कोई छिक मारेगा तो मैनू कोरोना हो जाऊगा, मतलब मेरी इम्यूनिटी वीक हो गई। तो सब तो वड्डी गल जिहड़ी कब्जी है, कॉन्स्टिपेशन, ये लीवर खराब होने का पहला सिम्पटम है। जबकि कोई बंदा ही नहीं, वही मैं कह रहा, एक कब्जी है, बंदा कहना भी खा पी लिया, पुट्ठा लिया, चल कोई गल नहीं, ये करके कब्जी हो गई। ਜਦੋਂ ਕਬਜੀ ਹੋ ਰਹੀ ਹੈ ਇਹਦਾ ਮਤਲਬ ਤੁਹਾਡੇ ਲੀਵਰ ਦੇ ਜੂਸਿਸ, ਬਾਈਲ ਤੇ ਤੁਹਾਡੀ ਗੈਸਿਸ ਦਾ ਪ੍ਰੋਪਰ ਬੈਲੈਂਸ ਵਿਗੜ ਗਿਆ। ਤੁਹਾਡੀ ਆਂਤਾਂ ਵਿੱਚੋਂ ਗੰਦਗੀ ਨਿਕਾਲਣ ਦਾ ਜਿਹੜਾ ਪ੍ਰੈਸ਼ਰ ਹੈ, ਉਹ ਪ੍ਰੈਸ਼ਰ ਵੀਕ ਹੋ ਗਿਆ, ਆਂਤਾਂ ਕਮਜ਼ੋਰ ਹੋ ਗਿਆ ਕਿ ਜਿਹੜੀ ਮਲ ਨੂੰ ਬਾਹਰ ਨਹੀਂ ਸੁੱਟ ਪਾ ਰਹੀਆਂ। ਤੇ ਉਸ ਟਾਈਮ ਆਪਾਂ ਨੂੰ ਪਹਿਲਾਂ ਚਿਕਿਤਸਾ ਲੀਵਰ ਦੀ ਕਰਨੀ ਹੁੰਦੀ ਹੈ। ਅੱਛਾ, ਪਹਿਲਾਂ ਚਿਕਿਤਸਾ ਕਰਨੀ ਤਾਂ ਬਾਅਦ ਚ ਆਵਾਂਗੇ, ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਵੀ ਅੰਦਰ ਕੀ ਸੁੱਟ ਰਿਹਾ ਜਿਹਦੇ ਕਰਕੇ ਗੜਬੜ ਹੋ ਰਹੀ ਹੈ। ਕਿੱਦਾਂ ਦਾ ਫੂਡ ਜਿਹੜਾ ਅੰਦਰ ਜਾ ਕੇ ਇਹ ਪੰਗੇ ਪਾ ਰਿਹਾ। मैं तुहानूं एक छोटा एग्जाम्पल देना। आप विआह ते जाने 8 बजे सूप, 8:15 भल्ले, 8:30 पापड़ी, 8:45 चाउमीन, 9:15 मंचूरियन, 9:30 मलाई कोफ्ता, 9 बजे रोटी, फिर 9:15 बजे कोई चावल, फिर कोई दाल, फिर कोई आइसक्रीम, फिर कोई पान। आप 8 बजे की मशीन शुरू की हुई है, खोली हुई है। कोई वेटर जान ही नहीं देते, कोई वेटर जान ही नहीं। आप हर वेटर तो एक टुकड़ा चकते रहने। मैं तुहानूं एक छोटा एग्जाम्पल देना। तुसी लंच कितने बजे किया? अज लंच कितने बजे किया? मैं 2 बजे के करीब। उस तो लैके हुण तक तुसी की कुछ खादा है? नहीं, मैं थोड़ा हैल्थ कॉन्शियस हाँ, तुहाडे वर्गे गुरुआं तो मैनूं जानकारी मिलती रहती, थोड़ा बच लेना है। तुसी अगर उस तो लैके हुण तक
ਇੰਨਾ ਇੱਕ ਗੁੱਟ ਚਾਹ ਪੀ ਲਿਆ ਹੁੰਦਾ ਦੁੱਧ ਵਾਲੀ ਜਾਂ ਪ੍ਰਸ਼ਾਦ ਦਾ ਟੁਕੜਾ ਵੀ ਖਾ ਲਿਆ ਹੁੰਦਾ ਤਾਂ ਵੀ ਤੁਹਾਡੀ ਮਸ਼ੀਨ ਪੂਰੀ ਸਟਾਰਟ ਹੋਣੀ ਸੀ। ਲੋਕ ਕੀ ਗਲਤੀ ਕਰਦੇ, ਮੈਂ ਤਾਂ ਐਡਾ ਕੁ ਖਾਦਾ ਸੀ, ਪ੍ਰਸ਼ਾਦ ਲਿੱਤਾ ਸੀ ਜੀ, ਮੈਂ ਤਾਂ ਲੰਗਰ ਦਾ ਪ੍ਰਸ਼ਾਦ ਲਿੱਤਾ ਸੀ ਜੀ। ਉਹ ਮਸ਼ੀਨ ਪੂਰੀ ਸਟਾਰਟ ਹੁੰਦੀ ਹੈ, ਲੀਵਰ ਦੇ ਪੂਰੀ ਐਕਟੀਵਿਟੀ ਪੂਰੀ ਸ਼ੁਰੂ ਹੁੰਦੀ ਹੈ। ਮੈਂ ਤੁਹਾਨੂੰ ਇੱਕ ਛੋਟਾ ਐਗਜ਼ਾਮਪਲ ਦੇਣਾ, ਜਦੋਂ ਵੀ ਆਪਾਂ ਮਿਕਸੀ 'ਚ ਮੈਂਗੋ ਸ਼ੇਕ ਬਣਾਉਂਦੇ ਹਾਂ, ਮਿਕਸੀ ਮੈਂਗੋ ਸ਼ੇਕ ਬਣਾ ਕੇ ਜਦੋਂ ਆਪਾਂ ਉਹਦੇ 'ਚੋਂ ਮੈਂਗੋ ਸ਼ੇਕ ਗਿਲਾਸ 'ਚ ਪਾ ਲੈਂਦੇ ਹਾਂ ਤੇ ਉਹ ਜਾਰ 'ਚ ਕਿਵੇਂ ਮੈਂਗੋ ਚਿਪਕਿਆ ਹੁੰਦਾ ਸਾਈਡਾਂ 'ਤੇ, ਆਪਾਂ ਉਹਨੂੰ ਰੱਖ ਦਿੰਦੇ ਹਾਂ ਸਿੰਕ 'ਚ। ਤੇ ਅਗਰ ਸਾਨੂੰ ਕੋਈ ਘੰਟੇ ਬਾਅਦ ਕਵੇ, ਮੇਰੇ ਫਾਦਰ ਕਹਿਣ ਜਾਂ ਮਦਰ ਕਹਿਣਗੇ ਦੁਬਾਰਾ ਮੈਂਗੋ ਸ਼ੇਕ ਬਣਾਓ, ਆਪਾਂ ਉਸੇ ਜਾਰੇ ਬਣਾਉਂਦੇ ਹਾਂ ਕਿ ਧੋ ਕੇ ਬਣਾਉਂਦੇ ਹਾਂ? ਧੋ ਕੇ ਬਣਾਈ। ਲੇਕਿਨ ਜਿਹੜਾ ਮੈਂਗੋ ਸ਼ੇਕ ਵੇਚਣ ਵਾਲਾ ਹੈ ਉਹ ਨਹੀਂ, ਉਹ ਤਾਂ ਉਸੇ 'ਚ ਬਣਾ। ਐਵੇਂ ਅਗਰ ਮੈਂ ਤੁਹਾਨੂੰ ਕਹਾਂ ਤੁਸੀਂ ਆਪਣੇ ਘਰੇ ਦੁੱਧ ਵਾਲੀ ਚਾਹ ਬਣਾਈ ਤੇ ਤੁਸੀਂ ਸਿੰਕ ਕੇ ਡੱਬਾ ਰੱਖਤਾ, ਤੁਹਾਨੂੰ ਘੰਟੇ ਬਾਅਦ ਦੁਬਾਰਾ ਚਾਹ ਬਣਾਉਣੀ ਪੈਗੀ, ਉਸੇ ਡੱਬੇ ਬਣਾਓਗੇ ਕਿ ਧੋ ਕੇ ਬਣਾਓਗੇ? ਧੋ ਕੇ ਕੀ ਮਾਂਜ ਕੇ ਬਣਾਵਾਂਗੇ ਚੰਗੀ ਤਰ੍ਹਾਂ। ਤੇ ਲੇਕਿਨ ਜਿਹੜਾ ਚਾਹ ਵੇਚਣ ਵਾਲਾ ਉਹ ਮੈਨੂੰ ਨਹੀਂ ਲੱਗਦਾ, ਉਹ ਤਾਂ ਸਿਰਫ ਪਾਣੀ 'ਚ ਆਇਆ ਕਰਕੇ ਕਰਦਾ। ਤੇ ਅੱਜ ਸੁਣ ਲਓ ਧਿਆਨ ਨਾਲ, ਜਦੋਂ ਤੁਸੀਂ ਇੱਕ ਖਾਣਾ ਪ੍ਰੋਪਰ ਖਾਂਦੇ ਹੋ ਉਸ ਤੋਂ 2.5 ਘੰਟੇ ਬਾਅਦ ਜਾਂ 1.5 ਘੰਟੇ ਬਾਅਦ ਜਦੋਂ ਉਹ ਖਾਣਾ ਆਮਾਸ਼य ਤੋਂ ਨਿਕਲ ਕੇ ਛੋਟੀਆਂ ਤੇ ਚਲਾ ਜਾਂਦਾ ਹੈ ਤੇ ਸਾਡੇ ਲੀਵਰ ਦਾ ਲੈਫਟ ਹਿੱਸਾ, ਲੈਫਟ ਲੋਬ ਐਕਟੀਵੇਟ ਹੁੰਦਾ ਹੈ, ਜਿਹੜਾ ਉਹਨੂੰ ਧੋਣ ਵਾਸਤੇ, ਉਹਨੂੰ ਸਾਫ਼ ਕਰਨ ਵਾਸਤੇ ਜੂਸਿਸ ਦਿੰਦਾ ਹੈ। ਜਿਹੜਾ ਲਗਭਗ ਭਾਰਤ ਦੇ 99% ਲੋਕਾਂ ਦਾ ਸਿਸਟਮ ਖਰਾਬ ਹੋ ਗਿਆ, ਕਿਉਂਕਿ ਬਚਪਨ ਵਿੱਚ ਅਸੀਂ ਆਪਣੀ ਨਾਨੀ ਜਾਂ ਦਾਦੀ ਕੋਲ ਗਏ ਕਿ ਮੇਰੇ ਪੇਟ 'ਚ ਗੁੜਗੁੜ ਹੋ ਰਹੀ ਹੈ, ਨਾਨੀ ਨੇ ਕਿਹਾ ਚੂਹੇ ਕੁੱਦ ਰਹੇ ਕੁਝ ਖਾ ਲੈ, ਉਹ ਬੇੜਾ ਗਰਕ ਹੋ ਗਿਆ। ਉਹ ਐਕਚੁਅਲੀ ਜੂਸਿਸ ਸੀਗੇ ਜਿਹੜੇ ਉਹਨੂੰ ਧੋਣ ਆਏ ਸੀ, ਮੈਂਗੋ ਸ਼ੇਕ ਵਾਲੇ ਡੱਬੇ ਨੂੰ, ਚਾਹ ਵਾਲੇ डब्बे नू। मतलब लीवर इतना इंटेलिजेंट है। अब आप अपने हेल्थ इंश्योरेंस से हमारे किसी भी क्लिनिक या हॉस्पिटल से अपना आयुर्वेदिक इलाज शुरू करवा सकते हैं। अगर आप पंजाब स्टेट के सरकारी कर्मचारी हैं तो आप भी अपनी किसी भी बीमारी का इलाज बिल्कुल फ्री करवा सकते हैं। हमारे पूरे भारत में 165 से अधिक शुद्धि आयुर्वेदिक क्लिनिक हैं। अपने नजदीकी क्लिनिक का पता जानने के लिए नीचे दिए गए नंबर पर अभी कॉल करें। चलो थोड़ा मैनू बड़ी इंटरेस्टिंग गल लगी है, पब्लिक नूं भी लगी होनी। एक चीज़ मैनू दसो, खाना खादा किन्ने चिर बाद वो धोने वाला प्रोसैस स्टार्ट होता, ताकि बंदा कोई भी हाले नहीं छेड़ना, अंदर धोने वाला प्रोसैस स्टार्ट होने वाला है। जेड़ा खाना कुक फूड है तो 1.5 तो 2.5 घंटे बाद, अगर तुसी रॉ फूड खाते हो तो 40 मिनट बाद, मतलब फ्रूट तो 40 मिनट बाद, सैलड लगभग 20-25 मिनट बाद, कुक फूड तो लगभग 1.5 तो 2.5 घंटे बाद, तो नॉन वैज लगभग 4 घंटे बाद। तो धोन का प्रोसैस शुरू होता है। उस धोन का प्रोसैस नूं डिस्टर्ब नहीं करना होंदा, क्योंकि वही अपनी लाइफ नूं, सैल्स की जिंदगी नूं ते अपनी इम्यूनिटी नूं वधाने च इंपॉर्टेंट है। जिवें मैं तुहानूं छोटा उदाहरण देना, तुहाडे घरे पोचा लग रहा है, तुहाडी मम्मी की कहती है पोचे ते ना चुली, ईवन कि पोचे चलो तो पैर आप जो कोई भी व्यक्ति सफाई कर रहा होए तुसीं उहनूं डिस्टर्ब करो। जिवें तुहाडे घर की घंटी वजी, तुहाडी वाइफ बर्तन धो रही है तो वह की कहती है, एक मिनट टिक जो भांडे धो रही हैं। जिवें कोई पोचा ला रहा है तो कोई घंटी बजाए, वो पोचा ला रही है, मतलब कोई सफाई कर रहा ना, उन्होंने डिस्टर्ब ना करो। एवं जो लीवर के जूसिस आमाशय की सफाई कर रहे हैं, जो तुसी उन्होंने डिस्टर्ब करते हैं, वो तुहाडे को बदला लैंदा है, तुहाडा लीवर फेल करके, तुहानूं बीमार करके, तुहाडी किडनी फेल करके, तुहानूं शुगर दे के, तुहानूं बीपी दे के, तुहानूं होर बीमारियां दे के। चलो ये बहुत खतरनाक चीज़ां तुसीं दसदियां। हुण मैनूं ये दसो कि तुसीं एक चीज़ बहुत डराता हैगा कि जदों तक 70% लीवर खराब नहीं हो जाता उदों तक पता भी नहीं लगता। तो आम पब्लिक जिहड़ी आ इस चीज़ तो बचे किवें? पंगा तो यह है कि 70% तो पहलां तां पता ही नहीं लगना, डॉक्टरां दे टैस्टां 'च भी नहीं आ रहा। तो आम पब्लिक जिहड़ी आ वो इन्नी इंटैलीजेंट नहीं हैगी, जिहड़ी उन्होंने जिहड़ी चीज़ डॉक्टरां दे टैस्ट 'च नहीं आ रही, आम पब्लिक दे किवें पता लग जूगा? किवें पता लगे भी मेरा लीवर जिहड़ा किन्ने % किद्दां खराब हो रहा? जदों भी तुहानूं अपना खाना खाण तो बाद थोड़ी देर बाद अगर तो एकदम मोशन वास्ते भजना पैंदा किसी नूं, समझो लीवर खराब। IBS नहीं होंदा, इरिटेबल बाउल सिंड्रोम? IBS तो सर एक बात का नाम दिता ना उन्होंने, तुसी IBS का नाम दिता, इरिटेबल बाउल सिंड्रोम। उनकी नौबत क्यों आई? उनकी नौबत क्यों आई? लीवर ही तो खराब है ना। लेकिन लीवर के उत्ते ध्यान ना दे के तुसी एक चीज़ नोटिस करना, मेरी गल ध्यान नाल, कभी भी वड्डे तो वड्डा डॉक्टर लीवर की गल नहीं करेगा, क्योंकि लीवर के इलाज च पैसे है नहीं। लोग बाजार च गोलियां फकियां लैके ठीक कर लेंगे हैं। एक्चुअली जो तुसीं नूं हार्ट अटैक भी पैंदा ना, तो एक्चुअली च लीवर खराब होंदा है। हार्ट अटैक अपना हार्ट एवें एवें करता है, उन्होंने एवें एवें करन दी बिजली कौन दे रहा है? बिल्कुल। अगर हार्ट ने एवें तो एवें किया तो बिजली का लीवर ने घट दी ना।
लेकिन स्टंट कित्थे पाया? हार्ट विच। सर्जरी कीती किंदी? हार्ट दी। लीवर नूं आपां छेड़िया ही नहीं। शुगर विच भी अगर लीवर की चिकित्सा हो जाए तो शुगर रिवर्स हो जाती है। बीपी लीवर की चिकित्सा हो जाए बीपी रिवर्स हो जाता है। कोई भी बीमारी, बीपी है, शुगर है, किडनी फेल है, लीवर फेल है, कैंसर है, ये रिवर्स हो सकते हैं, लेकिन बिना लीवर की चिकित्सा के नहीं हो सकते। ऐसी वास्ते असीं कहने आ फूड बिकम योर मेडिसिन, कि खाने को ही अपना दवाई बना लो, मतलब खाना ही, भोजन जो है वही दवाई बन जाएगा। यही काम आपां हिम्स पटियाले करते हैं तो हिम्स आपां चंडीगढ़ के हॉस्पिटल च करते हैं। बहुत लंबा तजर्बा चाह रहा जी थोड़ा, तुसीं मैनूं थोड़ा जिहा ये भी दस दिओ कि अजकल जिन्ने भी लोकी तुसीं देख रहे हो, ਉਹ ਇੱਕ ਹੁੰਦਾ ਨਾ ਬੰਦਾ, ਇੱਕ ਹੁੰਦਾ ਵੀ ਯਾਰ ਇੱਕ ਮੇਰਾ ਸਰਵੇ ਆ ਵੀ ਇੰਨੇ % ਦੇ ਲੋਕਾਂ ਦੇ ਦਾ ਲੀਵਰ ਖਰਾਬ ਹੀ ਨੇ, ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਇੰਨੇ % ਲੋਕਾਂ ਦਾ। ਪੰਜਾਬ ਵਿੱਚ ਹਰ ਚੌਥੇ ਬੰਦੇ ਦਾ ਲੀਵਰ ਫੈਟੀ ਹੈ ਤੇ ਐਲੋਪੈਥੀ ਦੇ ਡਾਕਟਰ ਕੋਲ ਅਗਰ ਜਾਓਗੇ ਉਹ ਕਹਿੰਦੇ ਲੀਵਰ ਫੈਟੀ ਆਮ ਗੱਲ ਹੈ, ਜਦਕਿ ਲੀਵਰ ਫੈਟੀ ਪਹਿਲੀ ਸਟੇਜ ਹੈ ਹਰ ਬਿਮਾਰੀ ਦੀ। ਲੀਵਰ ਫੈਟੀ ਗ੍ਰੇਡ 1, ਗ੍ਰੇਡ 2, ਗ੍ਰੇਡ 3, ਗ੍ਰੇਡ 4 ਤਾਂ ਫਿਰ ਕੈਂਸਰ, ਸਿਰੋਸਿਸ ਤੇ ਫਾਈਬਰੋਸਿਸ, ਫਿਰ ਬਚਿਆ ਕੀ? ਤੇ ਲੀਵਰ ਫੈਟੀ ਤੋਂ ਲੀਵਰ ਸਿਰੋਸਿਸ ਬਣਨ ਦਾ ਸਫ਼ਰ ਕੋਈ ਬਹੁਤ ਵੱਡਾ ਨਹੀਂਗਾ, ਸਿਰਫ 3 ਤੋਂ ਲੈ ਕੇ 5 ਸਾਲ ਲੱਗਦੇ ਆ ਸਿਰਫ। ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਬੰਦੇ ਨੂੰ ਵੀ ਕੀ ਹੋ ਗਿਆ ਜਦੋਂ ਤੱਕ ਲੀਵਰ, ਈਵਨ ਕਿ ਅੱਜ ਕੱਲ੍ਹ ਤਾਂ ਸਾਡੇ ਕੋਲ ਲਗਭਗ ਰੋਜ਼ ਦਾ ਇੱਕ ਪੇਸ਼ੈਂਟ ਆ ਜਾਂਦਾ ਹੈ ਜਿਹਨੂੰ ਕੋਈ ਲੱਛਣ ਨਹੀਂ ਤੇ ਸਿੱਧਾ ਪਤਾ ਲੱਗਦਾ ਲੀਵਰ ਫੇਲ ਹੈ। ਡਾਕਟਰ ਕਹਿੰਦਾ ਟ੍ਰਾਂਸਪਲਾਂਟ ਕਰਾਓ ਜੀ, 50 ਲੱਖ ਰੁਪਏ ਲੱਗਣਗੇ ਟ੍ਰਾਂਸਪਲਾਂਟ ਦੇ, ਮਤਲਬ ਸਿੱਧਾ ਲੀਵਰ ਫੇਲ ਪਤਾ ਲੱਗਦਾ ਹੈ। ਤੇ ਸੋਚੋ ਲੀਵਰ ਫੇਲ ਕਦੋਂ ਹੁੰਦਾ ਹੈ? ਜਦੋਂ ਤੁਹਾਡੇ ਰੈਕਟਮ ਤੋਂ ਲੈ ਕੇ ਉੱਪਰ ਤੱਕ ਦਾ ਸਾਰਾ ਸਿਸਟਮ ਡਿਸਟਰਬ ਹੁੰਦਾ ਹੈ। ਯਾਨੀ ਕਿ ਸਭ ਤੋਂ ਪਹਿਲਾ ਲੱਛਣ ਤੁਹਾਨੂੰ ਕਬਜੀ ਆਈ ਜਾਂ ਗੈਸ ਆਈ ਜਾਂ ਤੇਜ਼ਾਬ ਆਈ, ਤੁਸੀਂ ਤਿੰਨੋਂ ਇਗਨੋਰ ਕੀਤੇ। ਉਸ ਤੋਂ ਬਾਅਦ ਤੁਹਾਨੂੰ ਸ਼ੂਗਰ ਆਈ ਜਾਂ ਬੀਪੀ ਆਈ, ਤੁਸੀਂ ਉਹ ਵੀ ਇਗਨੋਰ ਕੀਤਾ। ਤੁਹਾਨੂੰ ਹਾਰਮੋਨਲ ਇੰਬੈਲੈਂਸ ਆਇਆ, ਤੁਸੀਂ ਉਹ ਵੀ ਇਗਨੋਰ ਕੀਤਾ। ਤੁਹਾਨੂੰ ਸੈਕਸੁਅਲ ਵੀਕਨੈਸ ਆਈ, ਤੁਸੀਂ ਉਹ ਵੀ ਇਗਨੋਰ ਕੀਤਾ। ਤੁਹਾਨੂੰ ਖਰਾਟੇ ਆਏ ਤਾਂ ਵੀ ਲੀਵਰ ਖਰਾਬ ਹੈ, ਤੁਸੀਂ ਉਹ ਵੀ ਇਗਨੋਰ ਕੀਤਾ। ਫਾਹ ਦੇ ਲੀਵਰ ਫੇਲ ਹੋਏਗਾ। ਸੋਚੋ ਆਪਾਂ, ਰੱਬ ਸਾਨੂੰ ਕਿੰਨੇ ਇਸ਼ਾਰੇ ਕਰਦਾ ਹੈ कि टिक जा मानव, रुक जा मानव, सुधर जा मानव, तेरा लीवर खराब हो रहा है। गैस आना, तेजाब आना, खट्टे डकार आना, जलन होना, कब्जी रहना, ये सारे लीवर खराब के लक्षण हैं। पर आचार्य जी एक चीज़ तुसीं दसती भी इन्ना कुछ हो रहा, उसके बाद जिहड़ा वो सारा कुछ लीवर दे खराब होंदे ने। पर गल ये है बंदे दा पेट खराब होया, बंदा डॉक्टर कोल गया, डॉक्टर कहंदा भी पेट दी आ दवाई लै लै। बंदे नूं बीपी होया, बंदे डॉक्टर कोल गया, बंदे ने कह दिंदा दवाई आ लै लै। स्पैशलिस्ट ਜਿਹੜੇ ਡਾਕਟਰਸ ਨੇ ਅੱਜ ਕੱਲ੍ਹ ਹਰ ਅੰਗ ਦੇ ਸਪੈਸ਼ਲਿਸਟ ਡਾਕਟਰ ਨੇ, ਕੀ ਇਹ ਵੀ ਇੱਕ ਖਰਾਬੀ ਕਰ ਰਿਹਾ ਕਿਉਂਕਿ ਪਿੱਛੇ ਦਾ ਕੋਈ ਦੇਖ ਨਹੀਂ ਰਿਹਾ ਚੀਜ਼ਾਂ? ਦੇਖੋ ਆਪਾਂ ਨਾ, ਜਿਵੇਂ ਤੁਸੀਂ ਪੁਰਾਣੇ ਟਾਈਮ 'ਚ ਨਾ ਇੱਕ ਤਾਂ ਹੁੰਦੇ ਸੀ ਡਾਕੂ, ਇਲਾਕੇ ਵੜ ਲੈਂਦੇ ਸੀ ਕਿ ਆਹ ਇਲਾਕਾ ਮੈਂ ਲੁੱਟਣਾ ਹੈ, ਆਹ ਇਲਾਕਾ ਤੂੰ ਲੁੱਟਣਾ ਹੈ। ਤੁਸੀਂ ਦੇਖੋ ਕੁੱਤਿਆਂ ਦੇ ਵੀ ਇਲਾਕੇ ਹੁੰਦੇ ਆ, ਇੱਕ ਕੁੱਤਾ ਦੂਜੇ ਇਲਾਕੇ 'ਚ ਨਹੀਂ ਜਾ ਸਕਦਾ। ਐਵੇਂ ਜਿਹੜੀ ਇਹ ਮਾਡਰਨ ਚਿਕਿਤਸਾ ਪੱਤੀ ਹੈ ਨਾ, ਤੁਸੀਂ ਮੇਰਾ ਇਸ਼ਾਰਾ ਸਮਝ ਗਏ, ਇਹ ਬ੍ਰਿਟਿਸ਼ਰ ਸਾਇੰਸ ਹੈਗੀ ਹੈ। ਤੁਸੀਂ ਇੱਕ ਗੱਲ ਦੱਸੋ, 150 ਸਾਲ ਪਹਿਲੇ ਐਲੋਪੈਥੀ ਆਈ, ਉਸ ਤੋਂ ਪਹਿਲੇ ਕਿ ਦੁਨੀਆ ਬਿਮਾਰ ਨਹੀਂ ਪੈਂਦੀ ਸੀ? ਉਸ ਤੋਂ ਪਹਿਲੇ ਕਿ ਦੁਨੀਆ ਦੇ ਹੱਥ ਪੈਰ ਨਹੀਂ ਕੱਟਦੇ ਸੀ? ਸੈਨਾ ਵਿੱਚ ਜਦੋਂ ਯੁੱਧ ਹੁੰਦੇ ਸੀ ਲੋਕਾਂ ਨੂੰ ਤਲਵਾਰਾਂ ਨਹੀਂ ਲੱਗਦੀਆਂ ਸੀ, ਕਿ ਚਾਕੂ ਨਹੀਂ ਲੱਗਦੇ ਸੀ, ਕਿ ਤੀਰ ਨਹੀਂ ਲੱਗਦੇ ਸੀ। ਮਹਾਭਾਰਤ ਵਿੱਚ, ਰਾਮਾਇਣ ਵਿੱਚ ਵੀ ਸੰਜੀਵਨੀ ਬੂਟੀ ਦਾ ਜ਼ਿਕਰ ਆਇਆ ਹੋਇਆ ਹੈ। ਸੁਸ਼ੈਨ ਵੈਦ, ਵੈਦ ਕੌਣ ਹੈ? ਜਿਹੜਾ ਅੱਜ ਦਾ BMS ਡਾਕਟਰ ਹੈ ਉਹ ਵੈਦ ਹੀ ਤਾਂ ਹੈ, ਉਹੀ ਸ਼ਲੋਕ ਪੜ੍ਹ ਕੇ ਤਾਂ ਆਇਆ ਹੋਇਆ ਹੈ। ਤੇ ਇਹ ਸਭ ਨੌਲੇਜ ਸੀਗੀ, ਲੇਕਿਨ ਅੰਗਰੇਜ਼ਾਂ ਨੇ ਜਾਣ ਬੁੱਝ ਕੇ ਇੱਕ ਪਲਾਨਿੰਗ ਦੇ ਤਹਿਤ ਆਪਣੇ ਕਾਨੂੰਨ, ਉਹ ਕਹਿੰਦੇ ਨਾ ਪਹਿਲੇ ਅੰਗਰੇਜ਼ ਸਾਨੂੰ ਗੋਲੀਆਂ ਮਾਰਦੇ ਸੀ, ਹੁਣ ਆਪਾਂ ਨੂੰ ਗੋਲੀਆਂ ਖਵਾ ਕੇ ਮਾਰਦੇ ਆ। ਉਹੀ ਗੱਲ ਹੈ ਕਿ ਮੈਂ ਤਾਂ ਅੱਜ ਵੀ कहना होना, ਤੁਹਾਡੇ चैनल के माध्यम भी कह देना, भारत एक्चुअल में आज भी अंग्रेजों का, अंग्रेजी मानसिकता का और अंग्रेजी दवाओं का आज भी गुलाम है। बीपी हो गया, जिंदगी भर गोली खाओ। शुगर हो गया, गोली खाओ, कब तक खाओ? जिंदगी भर खाओ। थायराइड हो गया, गोली खाओ, मतलब गोली खाओ, गोली खाओ, गोली खाओ। अरे ठीक तो कर दो, मुझे सिर्फ एक पेशेंट ढूंढ के ला दो जिसने एलोपैथी दवाइयाँ ली हों, बीपी की, शुगर की, थायराइड की, किडनी फेल की, डायलिसिस करा के ठीक हुआ हो। एक पेशेंट ढूंढ के ला दो, नहीं मिलेगा। मैं आपको सैकड़ों पेशेंट के नंबर दे देता हूँ जिनकी शुगर ठीक हो गई, जिनकी बीपी ठीक हो गया, जिनकी किडनी रिवर्स हो गई, मतलब डायलिसिस बंद हो गया। आप बताओ, लोग डायलिसिस कराते हैं, फिर ट्रांसप्लांट कराते हैं, ट्रांसप्लांट भी फेल हो जाता है। आपको पता है किडनी ट्रांसप्लांट मैक्सिमम टू मैक्सिमम, मेरे कैरियर में अगर मैं 100 लोगों से मिलता हूं तो सिर्फ 5 लोग होते हैं जिनका 5 साल चलता है। एक पेशेंट मिला मुझे आज तक जिसका ट्रांसप्लांट 13 साल चला, अदरवाइज 2 साल 4 साल में 6 साल में सबके फेल हो जाते हैं। रूट कॉज ਜਿਹੜਾ ਤਾਂ ਉਹਨੂੰ ਨਾ ਠੀਕ ਹੋ ਰਿਹਾ, ਪਿੱਛੋਂ ਅੱਗੇ ਉਹ ਟ੍ਰਾਂਸਪਲਾਂਟ ਕਰਤਾ, ਜਿਹਨੇ ਪਹਿਲਾਂ ਖਰਾਬ ਕੀਤਾ ਉਹੀ ਨੇ ਦੁਬਾਰਾ ਖਰਾਬ ਕਰਤਾ।
जो कारण से मैं ਤੁਹਾਨੂੰ ਸੱਚੀ ਦੱਸਾਂ, मैं ਤੁਹਾਨੂੰ ਨਮਸਤੇ ਕਰਨਾ ਚਾਹੂੰਗਾ, ਤੁਹਾਨੂੰ ਸਾਧੂਵਾਦ ਦੇਣਾ ਚਾਹੂੰਗਾ। ਤੁਸੀਂ ਸੱਚੀ ਜਰਨਲਿਸਟ नहीं के डॉक्टर बन चुके हो, मतलब ਡਾਕਟਰਾਂ ਦਾ ਇੰਟਰਵਿਊ ਕਰ ਕਰਕੇ ਆਪਣੇ ਸਰ ਜੀ ਨਾਲ ਹੀ ਡਾਕਟਰ ਬਣ ਚੁੱਕੇ। ਇੰਨਾ ਗਿਆਨ ਤੁਹਾਨੂੰ ਹੈਗਾ। ਮੈਨੂੰ ਵੀ ਲੱਗਦਾ ਕਈ ਵਾਰੀ ਕਿ ਸਵਾਲ ਵੀ ਕਿਵੇਂ ਦੇ ਪੁੱਛਦੇ ਹੋ, ਬੰਦੇ ਨੂੰ ਜਵਾਬ ਦੇਣਾ ਚਾਹੀਦਾ ਹੈ। ਇਹਦਾ ਸ਼ੁਕਰ ਹੈ ਡਾਕਟਰ ਅਮਰ ਸਿੰਘ ਆਜ਼ਾਦ, ਡਾਕਟਰ ਵਿਸ਼ਵਰੂਪ, ਡਾਕਟਰ ਅਵਦੇਸ਼ ਪਾਂਡੇ ਜਿਹੜੀ ਸਾਡੀ ਟੀਮ ਦੇ ਡਿੱਗਜ ਹੈਗੇ ਆ, ਉਹਨਾਂ ਦੇ ਤੁਸੀਂ ਇੰਟਰਵਿਊ ਕਰਦੇ ਹੋ, ਉਹਨਾਂ ਨੂੰ ਪਤਾ ਹੈ ਤੁਹਾਨੂੰ ਸਾਰੀ ਨੌਲੇਜ आई जा रही है। चंगी गल है। तो मैं ये कहना चाहना कि हमारा शरीर इंटेलिजेंट है, इस पर विश्वास रखो। मैं आपको एक इशारे में समझा देता हूँ। फोड़ा, फुंसी, उल्टी, दस्त, जुकाम और बुखार ये मित्र हैं। फोड़ा, फुंसी, उल्टी, जुकाम, बुखार ये मित्र हैं। अगर किसी को ये आते हैं तो भगवान को थैंक यू बोलो कि मेरा बड़ा रोग आने से बच गया। लेकिन आजकल की मॉडर्न चिकित्सा पद्धति बुखार में भी आपको दवाइयां देती है कि इसको उतारो, जबकि बुखार को उतारने से ही हमें उसके बाद खांसी की प्रॉब्लम या लंग्स में कफ जमना या टीबी होना, हाँ दमा, COPD भी, ये टीबी भी जो है बुखार को गलत तरीके से उतारने का नतीजा है। मुझे सिर्फ आप ये बताओ, दुनिया में जंगल में इतने जानवर रहते हैं, उनका लीवर, उनका शरीर कैसे स्वस्थ रहता है? ਇਨਸਾਨ ਦਾ ਇਸ ਕਰਕੇ ਜਿਹੜਾ ਖਰਾਬ ਹੋ ਗਿਆ, ਕਿਉਂਕਿ ਇਨਸਾਨ ਖੜਾ ਹੋ ਗਿਆ, ਉਹ ਟੇਡੇ ਹੋ ਕੇ ਤੁਰਦੇ ਨੇ। ਇੱਥੇ ਹੀ ਗੜਬੜ ਹੋਈ ਵੀ ਹੈ ਸਾਰੀ। ਉਹ ਪੁੱਠਾ ਸਿੱਧਾ ਖਾਂਦੇ, ਉਹ ਆਪਣੇ ਹੀ ਖਾਂਦੇ ਨੇ ਜੋ ਉਹਨਾਂ ਦਾ ਹੋਇਆ। एक कारण है उसमें। आप बताओ मुझे, एक कुत्ते को भी इतनी अकल होती है कि जब बीमार पड़ो तो 2 से 3 दिन के लिए खाना छोड़ देता है। गाय भी छोड़ती है, हाथी भी छोड़ता है, सब छोड़ते हैं। इंसान ही एक ऐसा जीव है, उसको बुखार में भी पीली दाल, खिचड़ी, दूध में रस डुबो डुबो के, बिस्किट सब चाहिए। तो भैया ये खाना ही बीमारी है, मतलब भोजन ही बीमारी है और भोजन ही दवा है। मस भोजन पहचानना आपको आना चाहिए और भोजन करने का तरीका आपको आना चाहिए, तो बड़ी से बड़ी बीमारी रिवर्स कर सकते हो। और यही हम कर रहे हैं हिम्स पटियाला में और हिम्स चंडीगढ़ में। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है। हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां पर एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है। ये सारी पैथियां, जिसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादरवली और इन सब की पूरी नॉलेज, ट्रेनिंग और एजुकेशन को भी यूज किया जा रहा है। फिर चाहे आपकी बीमारी छोटी हो या बड़ी, चाहे लीवर फेल हो, किडनी खराब हो, हार्ट की प्रॉब्लम हो, जोड़ों का दर्द, ऑटो इम्यून डिजीज हो या फिर स्टेज 4 कैंसर ही क्यों ना हो, या कोई ऐसी बीमारी जिसको आपके डॉक्टर ने लाइलाज बता दिया हो, या फिर उस बीमारी का हल ऑपरेशन बताया हो, तो इन सभी समस्याओं का सही समय पर अगर समाधान किया जाए तो आपकी बीमारी का जड़ से समाधान हो सकता है। अगर आप भी हैं किसी बीमारी से परेशान, तो आप इस हिम्स हॉस्पिटल के अंदर आकर के अपनी बीमारी का जड़ से समाधान कर सकते हैं। 70 बेड के इस हॉस्पिटल के अंदर खाने पीने से लेके रहने तक का भी सारा इंतजाम किया गया है। अभी भारत के अंदर पटियाला, जीरकपुर, चंडीगढ़, डेराबस्सी और दिल्ली के अंदर 14 क्लिनिक शुरू हो चुके हैं, जहां पर सिर्फ खान पान और आपकी लाइफस्टाइल को चेंज करके आपकी बीमारियों को रिवर्स करना सिखाया जाता है और आपको अपना डॉक्टर खुद बनाया जाता है, ताकि आप या आपके परिवार के अंदर किसी को कोई भी बीमारी आ गई है तो उसे कैसे निजात पा सकते हैं और भविष्य में और कोई बड़ी बीमारी या छोटी बीमारी ना आए, उससे भी कैसे बचा जा सकता है, उसके बारे में भी आपको सिखाया जाता है। अगर आप या आपका कोई किसी भी गंभीर बीमारी से परेशान है तो स्क्रीन पर दिए गए नंबर पर संपर्क करें